ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੈ ਤੱਥ। ਜਲ ਮਥੀਐ ਜਲ ਦੇਖੀਐ ਭਾਈ, ਏ ਜਗ ਏਹਾ ਵਥ। ਦਹੀਂ ਨੂੰ ਰੜਕੀਏ ਤਾਂ ਮੱਖਣ ਨਿਕਲਦਾ ਹੈ। ਪਾਣੀ ਨੂੰ ਰੜਕੀਏ ਤਾਂ ਬੇਸ਼ੱਕ ਜਿੰਨਾ ਮਰਜ਼ੀ ਰੜਕੀ ਜਾਈਏ, ਉਹ ਪਾਣੀ ਹੀ ਰਹਿੰਦਾ, ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਇਸ ਉਦਾਹਰਣ ਦੇ ਨਾਲ ਗੁਰੂ ਨਾਨਕ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 635ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੀ ਵਿਆਖਿਆ ਦੇ ਰਾਹੀਂ ਅਸੀਂ ਜਾਣਦੇ ਹਾਂ। Religion Outlook. ਸੋਰਠ ਮਹਿਲਾ ਪਹਿਲਾ ਤੇ ਤੁਕੀ, ਆਸਾ ਮਨਸ਼ਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਪਾਈ, ਬਿਨਸੈ ਨਾਮ ਵਿਸਾਰੀ। ਏ ਮਾਇਆ ਜਗ ਮੋਣੀ ਭਾਈ, ਕਰਮ ਸਭੇ ਵੇਕਾਰੀ। ਇਹਨਾਂ ਪੰਕਤੀਆਂ ਦੇ ਵਿੱਚ ਮਿੱਥੇ ਹੋਏ ਧਾਰਮਿਕ ਕਾਰਜਾਂ ਦੀ ਗੱਲ ਹੋ ਰਹੀ ਹੈ। ਕਰਮ ਧਰਮ ਬੰਧਕਾਰੀ, ਇਹ ਜੋ ਮਿੱਥੇ ਹੋਏ ਧਾਰਮਿਕ ਕਾਰਜ ਹਨ, ਰਸਮੀ ਧਾਰਮਿਕ ਕਾਰਜ ਹਨ, ਉਹ ਮਾਇਆ ਦੇ ਬੰਧਨ ਪੈਦਾ ਕਰਨ ਵਾਲੇ ਹਨ। ਕਿਉਂ ਹਨ? ਕਿਉਂਕਿ ਇਹ ਰਸਮੀ ਧਾਰਮਿਕ ਕਾਰਜ ਕਰਦਿਆਂ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਮਨ ਦੇ ਵਿੱਚ ਟਿਕੇ ਹੀ ਰਹਿੰਦੇ ਨੇ। ਬਲਕਿ ਵਧੇਰੇ ਤੌਰ 'ਤੇ ਜਿਹੜੇ ਵੀ ਮਨੁੱਖ ਰਸਮੀ ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲੈਂਦੇ ਨੇ, ਉਹ ਕਿਸੇ ਨਾ ਕਿਸੇ ਆਸ ਨੂੰ ਲੈ ਕੇ ਹੀ ਇਹ ਕਾਰਜ ਕਰਦੇ ਨੇ। ਕਿਸੇ ਦੇ ਮਨ ਦੇ ਵਿੱਚ ਇਹ ਵਸਿਆ ਹੁੰਦਾ ਹੈ ਕਿ ਜੇ ਮੈਂ ਇਹ ਰਸਮੀ ਧਾਰਮਿਕ ਕਾਰਜ ਹਰ ਰੋਜ਼ ਕਰਾਂਗਾ ਤਾਂ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਕੋਈ ਮਨੁੱਖ ਕਿਸੇ ਖਾਸ ਤਰ੍ਹਾਂ ਦੇ ਰਸਮੀ ਧਾਰਮਿਕ ਕਾਰਜ ਨੂੰ ਕਰਦਾ ਹੈ ਜਾਂ ਕਰਵਾਉਂਦਾ ਹੈ, ਇਹ ਆਸ ਲੈ ਕੇ ਕਿ ਅਜਿਹਾ ਕਰਨ ਦੇ ਨਾਲ ਉਹਦਾ ਕੋਈ ਰੁਕਿਆ ਹੋਇਆ ਕੰਮ ਬਣ ਜਾਵੇਗਾ। ਸਿਹਤਯਾਬੀਆਂ, ਕਾਰੋਬਾਰੀ ਤਰੱਕੀਆਂ, ਪਰਿਵਾਰ ਦਾ ਵਧਣਾ ਫੁੱਲਣਾ, ਅਜਿਹੀਆਂ ਅਨੇਕਾਂ ਹੀ ਆਸਾਂ ਹਨ ਜਿਨ੍ਹਾਂ ਨੂੰ ਮਨ ਦੇ ਵਿੱਚ ਧਾਰ ਕੇ ਮਨੁੱਖ ਰਸਮੀ ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲੈਂਦਾ ਹੈ, ਕਾਰਜਸ਼ੀਲ ਹੁੰਦਾ ਹੈ। ਇਸੇ ਕਰਕੇ ਹੀ ਇਹ ਧਾਰਮਿਕ ਕਾਰਜ ਜਿਹੜੇ ਨੇ, ਮਾਇਆ ਦੇ ਬੰਧਨ ਪੈਦਾ ਕਰਨ ਵਾਲੇ, ਗੁਰੂ ਸਾਹਿਬ ਨੇ ਆਖੇ ਨੇ ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਰਸਮੀ ਤੌਰ 'ਤੇ ਜਗਤ ਨੇ ਕੁਝ ਕਾਰਜ ਅਜਿਹੇ ਮੰਨ ਲਏ ਨੇ ਕਿ ਇਹ ਪੁੰਨ ਹਨ, ਇਹ ਪੁੰਨ ਦੇ ਕੰਮ ਨੇ। ਕੁਝ ਕਾਰਜਾਂ ਨੂੰ ਪਾਪ ਦੇ ਕਾਰਜ ਦੱਸ ਦਿੱਤਾ ਗਿਆ ਹੈ। ਇਹਨਾਂ ਮਿੱਥੇ ਹੋਏ ਪੁੰਨ ਅਤੇ ਪਾਪ ਦੇ ਕਾਰਜਾਂ ਦੇ ਚੱਕਰ ਦੇ ਵਿੱਚ ਜਗਤ ਜੰਮਦਾ ਹੈ, ਭਾਵ ਕਿ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਬਿਨਸੈ ਨਾਮ ਵਿਸਾਰੀ, ਪਰਮਾਤਮਾ ਦਾ ਨਾਮ ਭੁਲਾ ਕੇ ਬਿਨਸਦਾ ਹੈ, ਆਤਮਿਕ ਮੌਤੇ ਮਰਦਾ ਹੈ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਵੇ ਵਿਕਾਰੀ। ਇਹ ਮਾਇਆ ਜਗਤ ਦੇ ਵਿੱਚ ਜੀਵਾਂ ਨੂੰ ਮੋਹਣ ਦਾ ਕੰਮ ਕਰੀ ਜਾਂਦੀ ਹੈ। ਸਾਰੇ ਮਿੱਥੇ ਹੋਏ ਧਾਰਮਿਕ ਕਾਰਜ ਜਿਹੜੇ ਨੇ ਉਹ ਵਿਅਰਥ ਹੀ ਜਾਂਦੇ ਹਨ। ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ। ਸੋ ਆਤਮ ਤਤ ਵਿਚਾਰੀ ਰਹਾਉ। ਤੀਰਥ ਵਰਤ ਆਦਿਕ ਧਾਰਮਿਕ ਮਿੱਥੇ ਹੋਏ ਕੰਮਾਂ ਦੇ ਵਿਸ਼ਵਾਸੀ, ਹੇ ਪੰਡਿਤ ਸੁਣ, ਇਹ ਕਰਮ ਧਰਮ ਆਤਮਿਕ ਆਨੰਦ ਪੈਦਾ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਇਹ ਕਰਮ ਧਰਮ ਮਾਇਆ ਦੇ ਬੰਧਨਾਂ ਦੇ ਵਿੱਚ ਬੰਨ੍ਹਣ ਵਾਲੇ ਹਨ, ਮਾਇਆ ਦੇ ਬੰਧਨ ਪੈਦਾ ਕਰਨ ਵਾਲੇ ਹਨ। ਜਦ ਤੱਕ ਮਾਇਆ ਦੇ ਬੰਧਨਾਂ ਦੇ ਵਿੱਚ ਮਨੁੱਖ ਬੱਝਾ ਹੋਇਆ ਹੈ, ਉਹਦੇ ਅੰਦਰ ਆਤਮਿਕ ਆਨੰਦ ਪੈਦਾ ਨਹੀਂ ਹੋ ਸਕਦਾ। ਸੋ ਆਤਮਿਕ ਆਨੰਦ ਕਿਵੇਂ ਪੈਦਾ ਹੁੰਦਾ ਹੈ? ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਜਿਸ ਕੰਮ ਦੇ ਰਾਹੀਂ ਆਤਮਿਕ ਆਨੰਦ ਪੈਦਾ ਹੁੰਦਾ ਹੈ, ਉਹ ਇਹ ਹੈ ਕਿ ਆਤਮਿਕ ਜੀਵਨ ਦੇਣ ਵਾਲੇ ਜਗਤ ਮੂਲ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਦੇ ਵਿੱਚ ਲਿਆਂਦਾ ਜਾਏ, ਪਰਮਾਤਮਾ ਦੇ ਗੁਣਾਂ ਨੂੰ
ਆਪਣੇ ਮਨ ਦੇ ਵਿੱਚ ਵਸਾਇਆ ਜਾਵੇ। ਫਿਲਹਾਲ ਅੱਗੇ ਵੱਧਦੇ ਹਾਂ ਸਾਰ ਅੰਸ਼ ਦੇ ਵਿੱਚ ਆਤਮਿਕ ਆਨੰਦ ਉੱਤੇ ਥੋੜ੍ਹੀ ਹੋਰ ਗੱਲਬਾਤ ਕਰ ਲਵਾਂਗੇ। ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਪਾਖੰਡ ਮੈਲ ਨਾ ਚੁਕਈ ਭਾਈ, ਅੰਤਰ ਮੈਲ ਵਿਕਾਰੀ। ਇਨ ਬਿਦ ਡੂਬੀ ਮਾਕਰੀ ਭਾਈ, ਊਂਡੀ ਸਿਰ ਕੈ ਭਾਰੀ। ਹੇ ਪੰਡਿਤ, ਤੁਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਵੇਦ ਸ਼ਾਸਤਰ ਆਦਿਕ ਧਾਰਮਿਕ ਪੁਸਤਕ ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਦੇ ਵਿੱਚ ਫਸਾਈ ਰੱਖਣ। ਉਹਨਾਂ ਵੇਲਿਆਂ ਦੇ ਵਿੱਚ ਵੀ ਸੀ, ਅਜੋਕੇ ਸਮਿਆਂ ਦੇ ਵਿੱਚ ਵੀ ਹੈ ਕਿ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਸੁਣਾਉਣਾ ਇੱਕ ਕਾਰੋਬਾਰੀ ਲੈਣ ਦੇਣ, ਇੱਕ ਬਿਜ਼ਨਸ ਟ੍ਰਾਂਜੈਕਸ਼ਨ ਬਣ ਗਿਆ ਕਿ ਤੁਸੀਂ ਮੈਨੂੰ ਪੈਸੇ ਦਿਓ ਅਤੇ ਉਹਦੇ ਬਦਲੇ ਦੇ ਵਿੱਚ ਮੈਂ ਤੁਹਾਨੂੰ ਧਾਰਮਿਕ ਪੁਸਤਕ ਪੜ੍ਹ ਕੇ ਸੁਣਾਵਾਂਗਾ। ਇੰਨੀ ਤਰਾਸਦੀ ਦੀ ਗੱਲ ਹੈ ਕਿ ਇਹਨਾਂ ਧਾਰਮਿਕ ਪੁਸਤਕਾਂ ਦੇ ਵਿੱਚ ਮਾਇਆ ਦੇ ਬੰਧਨਾਂ ਤੋਂ ਬਚਣ ਦੇ ਤਰੀਕੇ ਦੱਸੇ ਗਏ ਨੇ, ਮਾਇਕ ਬੰਧਨਾਂ ਤੋਂ ਬਚਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ, ਅਤੇ ਇਹਨਾਂ ਧਾਰਮਿਕ ਪੁਸਤਕਾਂ ਨੂੰ ਹੀ ਮਾਇਆ ਦੇ ਬੰਧਨਾਂ ਦੇ ਵਿੱਚ ਮਨੁੱਖ ਨੇ ਉਲਝਾ ਲਿਆ। ਪਾਖੰਡ ਮੈਲ ਨਾ ਚੁਕਈ ਭਾਈ, ਅੰਤਰ ਮੈਲ ਵਿਕਾਰੀ। ਇਸ ਬਿਜ਼ਨਸ ਟ੍ਰਾਂਜੈਕਸ਼ਨ, ਇਸ ਕਾਰੋਬਾਰੀ ਲੈਣ ਦੇਣ ਦਾ ਹਿੱਸਾ ਬਣਨ ਦੇ ਨਾਲ ਮਨ ਦੇ ਵਿੱਚੋਂ ਮੈਲ ਦੂਰ ਨਹੀਂ ਹੋ ਸਕਦੀ। ਇਸ ਲੈਣ ਦੇਣ ਨੂੰ ਗੁਰੂ ਸਾਹਿਬ ਨੇ ਪਖੰਡ ਆਖਿਆ ਹੈ ਕਿ ਮਨ ਦੇ ਵਿੱਚ ਮਾਇਕ ਆਸਾਂ ਲੈ ਕੇ ਧਾਰਮਿਕ ਪੁਸਤਕਾਂ ਪੜ੍ਹਨ ਦਾ, ਉਚਾਰਨ ਦਾ, ਲੋਕਾਂ ਨੂੰ ਸੁਣਾਉਣ ਦਾ ਜੋ ਕਾਰਜ ਹੈ ਉਹ ਪਖੰਡ ਹੈ, ਅਤੇ ਇਸ ਪਖੰਡ ਦੇ ਨਾਲ ਮਨ ਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੋ ਸਕਦੀ, ਉਹ ਅੰਦਰ ਉਵੇਂ ਹੀ ਟਿਕੀ ਰਹਿੰਦੀ ਹੈ। ਅਤੇ ਇਹ ਪਖੰਡ ਕਰਨ ਵਾਲਾ ਇਨਸਾਨ ਉਸ ਮੱਕੜੀ ਵਰਗਾ ਹੋ ਜਾਂਦਾ ਹੈ ਜੋ ਪਹਿਲਾਂ ਜਾਲ ਬੁਣਦੀ ਹੈ, ਫਿਰ ਆਪਣੇ ਹੀ ਬੁਣੇ ਹੋਏ ਜਾਲ ਦੇ ਵਿੱਚ ਮੂਧੀ ਲਟਕ ਕੇ ਤੇ ਮਰ ਜਾਂਦੀ ਹੈ। ਇਨ ਵਿਦ ਡੂਬੀ ਮਾਕੁਰੀ ਭਾਈ, ਊਂਡੀ ਸਿਰ ਕੈ ਭਾਰੀ। ਦੁਰਮਤ ਘਣੀ ਵਿਗੂਤੀ ਭਾਈ, ਦੂਜੈ ਭਏ ਖੁਆਈ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮੈ ਭਰਮ ਨਾ ਜਾਈ। ਸਤਿਗੁਰ ਸੇਵੇ ਤਾਂ ਸੁਖ ਪਾਏ, ਭਾਈ ਆਵਣ ਜਾਣ ਰਹਾਈ। ਇਹ ਭਾਈ, ਭੈੜੀ ਮੱਤ ਦੇ ਕਾਰਨ ਬੇਅੰਤ ਲੁਕਾਈ ਖੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿੱਚ ਖੁੰਝੀ ਹੋਈ ਹੈ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ, ਅਤੇ ਪ੍ਰਭੂ ਦੇ ਨਾਮ ਤੋਂ ਬਿਨਾਂ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਬਿਨ ਨਾਮੈ ਭਰਮ ਨਾ ਜਾਈ। ਸੋ ਕੀ ਕੀਤਾ ਜਾਵੇ? ਸਤਿਗੁਰ ਸੇਵੇ ਤਾਂ ਸੁਖ ਪਾਏ, ਭਾਈ ਆਵਣ ਜਾਣ ਰਹਾਈ। ਜਦੋਂ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਤਦੋਂ ਆਤਮਿਕ ਆਨੰਦ ਪ੍ਰਾਪਤ ਕਰਦਾ ਅਤੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗ ਨਾ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੈ, ਭਾਈ ਕੂੜ ਬੋਲ ਬਿਖ ਖਾਈ। ਹੇ ਪੰਡਿਤ, ਗੁਰੂ ਦੀ ਸ਼ਰਨ ਪਿਆਂ ਸਦਾ ਟਿਕਮੀ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਪਵਿੱਤਰ ਹੋਇਆ ਮਨ ਸਦਾ ਸਿਰ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ। ਜੀਵਨ ਦਾ ਇਹ ਰਸਤਾ ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ। ਗੁਰੂ ਤੋਂ ਬਿਨਾਂ ਇਹ ਰਸਤਾ ਨਹੀਂ ਲੱਭਦਾ। ਗੁਰ ਬਿਨ ਮਗ ਨਾ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ, ਕੂੜ ਬੋਲ ਬਿਖ ਖਾਈ। ਜਿਸ ਮਨੁੱਖ ਦੇ ਮਨ ਵਿੱਚ ਲੋਭ ਦੀ ਲਹਿਰ ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਹਨੂੰ ਕੋਈ ਆਤਮਿਕ ਲਾਭ ਨਹੀਂ ਹੋ ਸਕਦਾ। ਹਾਂ, ਇਹ ਰਸਮੀ ਧਾਰਮਿਕ ਕਾਰਜ ਕਰਕੇ ਉਹ ਮਾਇਆ 'ਤੇ ਕਮਾ ਸਕਦਾ ਹੈ, ਆਪਣੇ ਆਪ ਨੂੰ ਮਾਇਆ ਦੇ ਜਾਲ ਦੇ ਵਿੱਚ ਹੋਰ ਵਧੇਰੇ
ਫਸਾ ਸਕਦਾ ਹੈ, ਪਰ ਆਤਮਿਕ ਆਨੰਦ ਹਾਸਲ ਨਹੀਂ ਕਰ ਸਕਦਾ। ਮਾਇਆ ਦੀ ਖਾਤਰ ਝੂਠ ਬੋਲ ਬੋਲ ਕੇ ਉਹ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਇਹ ਝੂਠ ਰੂਪ ਜ਼ਹਿਰ ਖਾਂਦਾ ਰਹਿੰਦਾ ਹੈ। ਪੰਡਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ। ਜਲ ਮੱਥੀਐ ਜਲ ਦੇਖੀਐ ਭਾਈ, ਏ ਜਗ ਏਹਾ ਵਥ। ਗੁਰ ਬਿਨ ਪਰਮ ਬਿਗੁਚਿਆ ਹੈ ਭਾਈ, ਘਟ ਘਟ ਦਿਓ ਅਲਖ। ਜੇ ਦਹੀਂ ਨੂੰ ਰੜਕੀਏ ਤਾਂ ਵਿੱਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰੜਕੀਏ ਤਾਂ ਪਾਣੀ ਹੀ ਦੇਖਣ ਦੇ ਵਿੱਚ ਆਉਂਦਾ ਹੈ। ਇਹ ਮਾਇਆ ਮੋਇਆ ਜਗਤ ਪਾਣੀ ਰੜਕ ਰੜਕ ਕੇ ਪਾਣੀ ਹੀ ਹਾਸਲ ਕਰਦਾ ਹੈ। ਜਦੋਂ ਅਸੀਂ ਪ੍ਰਭੂ ਦਾ ਨਾਮ ਜਪੀਏ ਤਾਂ ਸਾਡੇ ਮਨ ਦੇ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ। ਪਰਮਾਤਮਾ ਦੇ ਨਾਲ ਅਸੀਂ ਸਾਂਝ ਕਾਇਮ ਕਰ ਲਈਏ ਤਾਂ ਅਸੀਂ ਜੀਵਨ ਦਾ ਕੋਈ ਵੀ ਕਾਰਜ ਕਰਦੇ ਰਹੀਏ, ਪ੍ਰਭੂ ਦਾ ਨਾਮ ਸਾਡੇ ਨਾਲ ਹਮੇਸ਼ਾ ਰਹਿੰਦਾ ਹੈ ਅਤੇ ਸਾਨੂੰ ਆਤਮਿਕ ਆਨੰਦ ਮਹਿਸੂਸ ਹੁੰਦਾ ਰਹਿੰਦਾ। ਸਾਡੇ ਮਨ ਵਿੱਚ ਆਤਮਿਕ ਆਨੰਦ ਦੀ ਅਵਸਥਾ ਸਥਾਈ ਹੋ ਜਾਂਦੀ ਹੈ। ਇਹ ਕਾਰਜ ਹੁੰਦਾ ਹੈ ਕਿ ਅਸੀਂ ਦਹੀਂ ਰਿੜਕੀ ਤੇ ਵਿੱਚੋਂ ਮੱਖਣ ਹਾਸਲ ਕੀਤਾ, ਪ੍ਰਭੂ ਦਾ ਨਾਮ ਜਪਿਆ, ਆਤਮਿਕ ਆਨੰਦ ਹਾਸਲ ਕੀਤਾ। ਅਸੀਂ ਕਰਦੇ ਕੀ ਹਾਂ? ਮਾਇਕ ਆਸਾਂ ਨੂੰ ਲੈ ਕੇ ਮਿੱਥੇ ਹੋਏ ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲੈਂਦੇ ਹਾਂ, ਜਾਂ ਫਿਰ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਰਹਿੰਦੇ ਹਾਂ। ਦੋਨਾਂ ਹੀ ਪਾਸਿਆਂ ਤੋਂ ਮਨ ਦੇ ਵਿੱਚ ਆਸਾਂ ਟਿਕੀਆਂ ਰਹਿੰਦੀਆਂ ਨੇ ਕਿ ਮਾਇਕ ਪਦਾਰਥ ਮਿਲਣਗੇ, ਜੀਵਨ ਸੁਖਾਲਾ ਹੋਏਗਾ, ਅਸੀਂ ਖੁਸ਼ੀ ਮਹਿਸੂਸ ਕਰਾਂਗੇ। ਅਤੇ ਜੀਵਨ ਸੁਖਾਲਾ ਹੋਣ ਦੀ ਪਰਿਭਾਸ਼ਾ ਵੀ ਪਦਾਰਥਵਾਦੀ ਹੁੰਦੀ ਹੈ ਕਿ ਮੈਂ ਇਹ ਲੈ ਲਵਾਂਗਾ, ਉਹ ਲੈ ਲਵਾਂਗਾ, ਖੁਸ਼ੀ ਮਹਿਸੂਸ ਕਰਾਂਗਾ। ਪਰ ਪਦਾਰਥਾਂ ਦੇ ਵਿੱਚੋਂ ਮਿਲਣ ਵਾਲੀਆਂ ਖੁਸ਼ੀਆਂ ਥੋੜ੍ਹ ਚਿਰ ਹੁੰਦੀਆਂ ਨੇ, ਬੰਦਾ ਵਾਪਸ ਉਸੇ ਮਾਨਸਿਕ ਅਵਸਥਾ 'ਚ ਪਹੁੰਚ ਜਾਂਦਾ ਹੈ ਜਿਹੜੀ ਦੇ ਵਿੱਚ ਉਹ ਵਸਤੂ ਪਦਾਰਥ ਖਰੀਦਣ ਤੋਂ ਪਹਿਲਾਂ ਸੀ। ਸੋ ਪਾਣੀ ਨੂੰ ਰਿੜਕਿਆ, ਪਾਣੀ ਹੀ ਪੱਲੇ ਪਿਆ। ਗੁਰ ਬਿਨ ਭਰਮ ਵਿਗੂਚੀਐ ਭਾਈ, ਘਟ ਘਟ ਦਿਓ ਅਲਖ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਾਇਆ ਦੀ ਭਟਕਣਾ ਦੇ ਵਿੱਚ ਹੀ ਖੁਆਰ ਹੋਈਦਾ। ਘਟ ਘਟ ਵਿੱਚ ਵਿਆਪਕ ਅਲਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ। ਇਹ ਜਗ ਤਾਗੋ ਸੂਤ ਕੋ ਭਾਈ, ਦੈ ਦਿਸ ਬਾਦੋ ਮਾਏ। ਬਿਨ ਗੁਰ ਗਾਠ ਨ ਛੁਟਈ ਭਾਈ, ਥਾਕੇ ਕਰਮ ਕਮਾਏ। ਇਹ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਇਹ ਭਾਈ, ਇਹ ਜਗਤ ਸੂਤਰ ਦਾ ਧਾਗਾ ਸਮਝ ਲਵੋ ਅਤੇ ਇਹ ਮੰਨ ਲਓ ਕਿ ਇਸ ਧਾਗੇ ਦੇ ਵਿੱਚ ਗੰਢਾਂ ਪਈਆਂ ਹੋਈਆਂ ਹਨ ਅਤੇ ਸੰਸਾਰਕ ਜੀਵਾਂ ਨੂੰ ਇਸੇ ਪ੍ਰਕਾਰ ਹੀ ਮਾਇਆ ਦੇ ਮੋਹ ਦੀਆਂ 10 ਪਾਸੀਂ ਗੰਢਾਂ ਪਈਆਂ ਹੋਈਆਂ ਨੇ। ਹਰ ਪਾਸੇ ਤੋਂ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ। ਫਿਰ ਤੋਂ ਚੇਤਾ ਕਰ ਲਈਏ ਕਿ ਮਾਇਆ ਤੋਂ ਭਾਵ ਸਿਰਫ ਪੈਸਾ ਨਹੀਂ, ਸਕੇ ਸੰਬੰਧੀਆਂ ਦੇ ਪਰਿਵਾਰਕ ਮੈਂਬਰਾਂ ਦੇ ਮੋਹ ਦੇ ਵਿੱਚ ਫਸੇ ਹੋਣਾ ਵੀ ਮਾਇਆ ਜਾਲ ਦਾ ਹਿੱਸਾ ਹੈ। ਮਨੁੱਖ ਨੂੰ ਹਰ ਪਾਸਿਓਂ ਮਾਇਆ ਜਾਲ ਦੀਆਂ ਗੰਢਾਂ ਪਈਆਂ ਹੋਈਆਂ ਨੇ। ਇਹ ਤਾਣੀ ਬਹੁਤ ਜ਼ਿਆਦਾ ਉਲਝੀ ਹੋਈ ਹੈ। ਜੇਕਰ ਕੋਈ ਮਨੁੱਖ ਇਹਨਾਂ ਗੰਢਾਂ ਨੂੰ ਖੋਲ੍ਹਣਾ ਵੀ ਚਾਹਵੇ, ਆਪਦੇ ਜੀਵਨ ਦੀ ਭੱਜ ਦੌੜ ਨੂੰ ਘਟਾਉਣਾ ਵੀ ਚਾਹਵੇ, ਤਾਂ ਵਧੇਰੇ ਕਰਕੇ ਉਹਦੇ ਪਰਿਵਾਰ ਦੇ ਮੈਂਬਰ ਹੀ ਸਾਥ ਨਹੀਂ ਦਿੰਦੇ ਅਤੇ ਵਧੇਰੇ ਮਨੁੱਖ ਇਹਨਾਂ ਗੰਢਾਂ ਨੂੰ ਖੋਲ੍ਹਣ ਦਾ ਰਸਤਾ ਧਾਰਮਿਕ ਰਸਮੋ ਰਿਵਾਜ ਸਮਝਦੇ ਨੇ ਕਿ ਧਾਰਮਿਕ ਕਰਮਾਂ ਦੇ ਵਿੱਚ, ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲਈ ਚੱਲੀਏ ਅਤੇ ਮਾਇਆ ਮੋਹ ਦੀਆਂ ਖਣੀ ਇਹ ਗੰਢਾਂ ਹੀ ਖੁੱਲ੍ਹ ਜਾਵਣਗੀਆਂ। ਪਰ ਅਜਿਹਾ ਨਹੀਂ ਹੁੰਦਾ। ਬਿਨ ਗੁਰ ਗਾਠ ਨਾ ਛੂਟਈ ਭਾਈ, ਗੁਰੂ ਤੋਂ ਬਿਨਾਂ ਇਹ ਮਾਇਕ ਮੋਹ ਦੀਆਂ ਗੰਢਾਂ ਖੁੱਲ੍ਹਦੀਆਂ ਨਹੀਂ। ਇਹ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਈ। ਇਹ ਜਗਤ ਰਸਮੀ ਧਾਰਮਿਕ ਕਰਮ ਕਰਦਾ ਹੋਇਆ ਵੀ ਮੋਹ ਦੀ ਭਟਕਣਾ 'ਚ ਇੰਨਾ ਖੁੰਝਾ ਹੋਇਆ ਕਿ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਮਿਲਿਐ ਭਉ ਮਨ ਵਸੈ ਭਾਈ, ਪੈ ਮਰਨਾ ਸਚ ਲੇਖ। ਮਜਨ ਦਾਨ ਚੰਗਿਆਈਆਂ ਭਾਈ, ਦਰਗਾਹ ਨਾਮ ਵਿਸੇਖ।
ਗੁਰ ਅੰਕੁਸ਼ ਜਿਨ ਨਾਮ ਦ੍ਰਿੜਾਇਆ, ਪਾਈ ਮਨ ਵਸਿਆ ਚੂਕਾ ਭੇਖ। ਇਹ ਪੰਡਤ, ਜੇ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਦਾ ਡਰ ਅਦਬ ਮਨ ਦੇ ਵਿੱਚ ਵਸ ਪੈਂਦਾ। ਉਸ ਡਰ ਅਦਬ ਦੇ ਵਿੱਚ ਰਹਿ ਕੇ ਮਾਇਆ ਦੇ ਮੋਹ ਵੱਲੋਂ ਮਰਨਾ ਜੀਵ ਦੇ ਮਸਤਕ ਉੱਤੇ ਕੀਤੇ ਕਰਮਾਂ ਦਾ ਐਸਾ ਲੇਖ ਹੈ ਜੋ ਇਸ ਨੂੰ ਅਟੱਲ ਜੀਵਨ ਦਿੰਦਾ। ਵਧੇਰੇ ਕਰਕੇ ਮਨੁੱਖ ਕੀ ਕਰਦਾ? ਜੀਵਨ ਦੇ ਵਿੱਚ ਕੋਈ ਖੁਸ਼ੀ ਦਾ ਪਲ ਆਉਂਦਾ, ਖੁਸ਼ ਹੋ ਲੈਂਦਾ, ਅਗਲੇ ਹੀ ਪਲ ਦੁਖੀ ਹੋ ਜਾਂਦਾ, ਇਸ ਗੇੜ ਦੇ ਵਿੱਚ ਹੀ ਫਸਿਆ ਰਹਿੰਦਾ। ਜਦੋਂ ਗੁਰੂ ਮਿਲ ਪਵੇ, ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਡਰ ਅਦਬ ਮਨ ਦੇ ਵਿੱਚ ਵਸ ਪਵੇ, ਤਾਂ ਸਥਾਈ ਆਤਮਿਕ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ। ਇਹ ਖੁਸ਼ ਹੋਣ ਅਤੇ ਦੁਖੀ ਹੋਣ ਦੇ ਗੇੜ ਦੇ ਵਿੱਚੋਂ ਮਨੁੱਖ ਜੋ ਹੈ ਉਹ ਬਾਹਰ ਨਿਕਲ ਆਉਂਦਾ ਹੈ। ਹੇ ਭਾਈ, ਤੀਰਥ ਇਸ਼ਨਾਨ, ਦਾਨ ਪੁੰਨ ਤੇ ਹੋਰ ਚੰਗਿਆਈਆਂ ਪ੍ਰਮਾਤਮਾ ਦਾ ਨਾਮ ਹੀ ਹੈ। ਪ੍ਰਮਾਤਮਾ ਦੇ ਨਾਮ ਨੂੰ ਹੀ ਉਹਦੀ ਹਜ਼ੂਰੀ ਦੇ ਵਿੱਚ ਵਿਸ਼ੇਸ਼ਤਾ ਮਿਲਦੀ ਹੈ। ਭਾਵ ਕਿ ਤੀਰਥਾਂ ਦੇ ਉੱਤੇ ਭਟਕਣ ਦੀ ਲੋੜ ਨਹੀਂ। ਪ੍ਰਮਾਤਮਾ ਨੂੰ ਖੁਸ਼ ਕਰਨ ਦੀਆਂ ਆਸਾਂ ਮਨ ਦੇ ਵਿੱਚ ਲੈ ਕੇ ਦਾਨ ਪੁੰਨ ਕਰਨ ਦੀ ਕੋਈ ਲੋੜ ਨਹੀਂ। ਅਜਿਹੀਆਂ ਆਸਾਂ ਮਨ ਦੇ ਵਿੱਚ ਲੈ ਕੇ ਕਿ ਜੇ ਮੈਂ ਚੰਗਾ ਕਰਾਂਗਾ ਮੇਰੇ ਨਾਲ ਵੀ ਚੰਗਾ ਹੋਵੇਗਾ, ਕਿਸੇ ਤਰ੍ਹਾਂ ਦੀਆਂ ਚੰਗਿਆਈਆਂ ਕਰਨ ਦੀ ਲੋੜ ਨਹੀਂ। ਇਹ ਸਭ ਕੁਝ ਕਰਨਾ ਹੀ ਹੈ ਤਾਂ ਬਿਨਾਂ ਕਿਸੇ ਆਸ ਨੂੰ ਮਨ ਦੇ ਵਿੱਚ ਰੱਖਿਆ। ਮਿੱਥ ਕੇ ਦਾਨ ਪੁੰਨ ਕਰਨ ਦੀ ਬਜਾਏ ਜੇ ਕੋਈ ਤੁਹਾਡੇ ਦਰ 'ਤੇ ਕੁਝ ਮੰਗਣ ਆ ਜਾਵੇ, ਉਹਨੂੰ ਖਿੜੇ ਮੱਥੇ ਜੋ ਉਹ ਮੰਗਦਾ ਉਹ ਦੇ ਦਿਓ। ਕਿਸੇ ਦੋਸਤ ਮਿੱਤਰ ਸਕੇ ਸੰਬੰਧੀ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ, ਉਹ ਕਰ ਦਿਓ। ਇਹ ਆਸ ਮਨ ਦੇ ਵਿੱਚ ਰੱਖੇ ਬਿਨਾਂ ਕਿ ਉਹ ਤੁਹਾਡੀ ਸਹਾਇਤਾ ਨੂੰ ਵਾਪਸ ਕਰੇਗਾ, ਕਿ ਜਦੋਂ ਤੁਹਾਨੂੰ ਲੋੜ ਪਈ ਉਦੋਂ ਉਹ ਤੁਹਾਡੀ ਮਦਦ ਕਰੇਗਾ, ਇਹ ਆਸ ਨੂੰ ਮਨ ਵਿੱਚ ਰੱਖੇ ਬਿਨਾਂ ਉਹਦੀ ਮਦਦ ਕਰੋ। ਅਜਿਹਾ ਸੋਚ ਕੇ ਕਿ ਜੇ ਮੈਂ ਚੰਗਾ ਕਰੂੰਗਾ ਮੇਰੇ ਨਾਲ ਚੰਗਾ ਹੋਏਗਾ, ਅਜਿਹਾ ਸੋਚ ਕੇ ਕਿਸੇ ਚੰਗੇ ਕਰਮ ਨੂੰ ਕਰਨ ਦੀ ਬਜਾਏ ਉਂਝ ਹੀ ਹਰ ਵਕਤ ਹੀ ਚੰਗੇ ਕਾਰਜ ਕਰੋ, ਫਿਰ ਹੀ ਆਤਮਿਕ ਆਨੰਦ ਹਾਸਲ ਹੋਏਗਾ। ਗੁਰ ਅੰਕੁਸ਼ ਜਿਨ ਨਾਮ ਦ੍ਰਿੜਾਇਆ, ਭਾਈ ਮਨ ਵਸਿਆ ਚੂਕਾ ਭੇਖ। ਗੁਰੂ ਦਾ ਸ਼ਬਦ ਅਜਿਹਾ ਕੁੰਡਾ ਹੈ ਜਿਨੇ ਮਾਇਆ ਦੇ ਵਿੱਚ ਮਸਤ ਮਨ ਹਾਥੀ ਨੂੰ ਸਿੱਧੇ ਰਸਤੇ ਤੋਰਿਆ ਹੈ। ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ ਕਰਾਇਆ ਹੈ। ਗੁਰੂ ਦੀ ਮਿਹਰ ਨਾਲ ਜਦੋਂ ਨਾਮ ਮਨ ਵਿੱਚ ਵਸਦਾ ਹੈ ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ। ਜਿਨੇ ਨਾਮ ਜਪਣਾ, ਜਿਹਨੇ ਪ੍ਰਮਾਤਮਾ ਨੂੰ ਸਦਾ ਚੇਤੇ ਰੱਖਣਾ, ਉਹਨੇ ਆਪਣੇ ਮਨ ਵਿੱਚ ਹੀ ਰੱਖ ਲੈਣਾ। ਉਹਨੂੰ ਕਿਸੇ ਤਰ੍ਹਾਂ ਦਾ ਧਾਰਮਿਕ ਦਿਖਾਵਾ ਕਰਨ ਦੀ ਲੋੜ ਨਹੀਂ। ਇਹ ਤਨ ਹਾਟ ਸ਼ਰਾਫ ਕੋ ਭਾਈ, ਵਖਰ ਨਾਮ ਅਪਾਰ। ਇਹ ਵਖਰ ਵਾਪਾਰੀ ਸੋ ਦ੍ਰਿੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਧਨ ਵਪਾਰੀ ਨਾਨਕਾ, ਭਾਈ ਮੇਲ ਕਰੇ ਵਾਪਾਰ। ਇਹ ਭਾਈ, ਇਹ ਮਨੁੱਖਾ ਸਰੀਰ ਪਰਮਾਤਮਾ ਸਰਾਫ ਦਾ ਦਿੱਤਾ ਹੋਇਆ ਇੱਕ ਹੱਟ ਹੈ, ਜਿਸ ਵਿੱਚ ਕਦੇ ਨਾ ਮੁੱਕਣ ਵਾਲਾ ਨਾਮ ਸੌਦਾ ਕਰਨਾ ਹੈ। ਉਹੀ ਜੀਵ ਵਪਾਰੀ ਇਸ ਸੌਦੇ ਨੂੰ ਆਪਣੇ ਸਰੀਰ ਹੱਟ ਵਿੱਚ ਦ੍ਰਿੜਤਾ ਨਾਲ ਵਣਜਦਾ ਹੈ, ਜਿਹੜਾ ਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ। ਹੇ ਨਾਨਕ, ਉਹ ਜੀਵ ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤ ਵਿੱਚ ਰਹਿ ਕੇ ਇਹ ਵਪਾਰ ਨੂੰ ਕਰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 635ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਆਤਮਿਕ ਆਨੰਦ ਨੂੰ ਕਿਵੇਂ ਹਾਸਲ ਕੀਤਾ ਜਾਵੇ? ਪਹਿਲਾ ਕਦਮ ਇਹ ਹੈ ਕਿ ਅਸੀਂ ਗੁਰੂ ਦੇ ਲੜ ਲੱਗੀਏ, ਗੁਰੂ ਤੋਂ ਪ੍ਰਮਾਤਮਾ ਦਾ ਗਿਆਨ ਹਾਸਲ ਕਰੀਏ, ਪ੍ਰਮਾਤਮਾ ਦੇ ਗੁਣਾਂ ਦਾ ਗਿਆਨ ਹਾਸਲ ਕਰੀਏ। ਗੁਰੂ ਕੋਲ ਬੈਠ ਕੇ ਆਪਣੇ ਆਪ ਨੂੰ ਖੰਗਾਲੀਏ, ਇਹ ਪਤਾ ਕਰੀਏ ਕਿ ਕਿੱਦਾਂ ਦੇ ਵਿਚਾਰ ਸਾਡੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਨੇ, ਕਿੱਦਾਂ ਦੇ ਵਿਚਾਰ ਸਾਨੂੰ ਤੰਗ ਕਰਦੇ ਨੇ। ਗੁਰੂ ਕੋਲੋਂ ਸਮਝੀਏ ਕਿ ਮਿੱਥੇ ਹੋਏ ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲੈਣ ਨਾਲ ਮਨ 'ਚੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ। ਗੁਰੂ ਤੋਂ ਸਿੱਖੀਏ ਕਿ ਪ੍ਰਭੂ ਦੇ ਨਾਮ ਰੂਪ ਦਹੀਂ ਨੂੰ ਰਿੜਕਾਂਗੇ ਤਾਂ ਆਤਮਿਕ ਆਨੰਦ ਰੂਪ ਮੱਖਣ ਨਿਕਲੇਗਾ। ਜੇ ਮਾਇਆ ਮੋਹ ਰੂਪ ਪਾਣੀ ਨੂੰ ਰਿੜਕੀ ਜਾਵਾਂਗੇ ਤੇ ਉਹਦੇ ਵਿੱਚੋਂ ਮਾਇਆ ਮੋਹ ਰੂਪ ਪਾਣੀ ਹੀ ਨਿਕਲੇਗਾ। ਅਸੀਂ ਉਸੇ ਜਾਲ ਦੇ ਵਿੱਚ ਹੀ ਫਸੇ ਰਵਾਂਗੇ।
ਦਸੀਂ ਪਾਸੀਂ ਜੋ ਮਾਇਕ ਮੋਹ ਦੀਆਂ ਗੰਢਾਂ ਸਾਨੂੰ ਪਈਆਂ ਹੋਈਆਂ ਨੇ, ਉਹ ਗੁਰੂ ਦੇ ਲੜ ਲੱਗ ਕੇ ਖੋਲ੍ਹਣ ਦਾ ਯਤਨ ਕਰੀਏ ਅਤੇ ਆਤਮਿਕ ਆਨੰਦ ਹਾਸਲ ਕਰੀਏ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।